ਮਾਫੀਆ ਦਾ ਨੁਮਾਇੰਦੇ ਦਾ ਇੱਕ ਸਵਾਲ ਹੈ ਛੋਟਾ ਜਿਹਾ ਕਿ ਕਿਆ ਗੰਦਮ ਬੀਜਣੀ ਚਾਹੀਦੀ ਹੈ ਕਿ ਨਹੀਂ ਬੀਜਣੀ ਚਾਹੀਦੀ। 2 ਕਰੋੜ ਏਕੜ ਦੇ ਉੱਤੇ ਗੰਦਮ ਬੀਜੀ ਜਾਣ ਦੀ ਕੈਪੈਸਿਟੀ ਪਾਕਿਸਤਾਨ 'ਚ ਮੌਜੂਦ ਹੈ। ਬੀਜੀ ਜਾ ਸਕਦੀ ਹੈ, ਬੀਜੀ ਗਈ ਹੈ। ਗੰਦਮ ਦੀ ਜਗ੍ਹਾ ਤੇ ਗੰਦਮ ਹੀ ਲੱਗ ਸਕਦੀ ਹੈ, ਕਣਕ ਦੇ ਥਾਂ ਤੇ ਕਣਕ ਹੀ ਬੀਜੀ ਜਾ ਸਕਦੀ ਹੈ। ਗੰਦਮ ਨੂੰ ਕਿੰਨੀ ਜਗ੍ਹਾ ਤੇ ਬੀਜਣਾ ਚਾਹੀਦਾ, ਕਿੰਨੀ ਪੈਦਾਵਾਰ ਲੈਣੀ ਚਾਹੀਦੀ ਹੈ, ਇਹ ਵਿਕ ਜਾਂਦੀ ਹੈ, ਵੇਚੀ ਜਾਂਦੀ ਹੈ। ਤੇ ਉਸ ਮੁਨਾਫੇ ਵਾਸਤੇ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਤੇ ਉਹਦੀ ਪੈਦਾਵਾਰ ਤੱਕ ਔਰ ਮੰਡੀ ਤੱਕ ਔਰ ਵੈਲਿਊ ਐਡੀਸ਼ਨ ਤੱਕ ਕਿਸੇ ਵੀ ਅੱਛੇ ਸਮਝਦਾਰ ਜ਼ਰੀ ਸਿਆਣੇ ਦਾ ਮਸ਼ਵਰਾ ਜ਼ਰੂਰ ਲਵੋ। ਸਰਕਲ ਜਿਹੜਾ ਹੈਗਾ ਉਸ ਨੇ ਆਪਣਾ ਬੜਾ ਬਿਹਤਰੀਨ ਪ੍ਰੋਗਰਾਮ ਕਣਕ ਦੀ ਕਾਸ਼ਤ ਦਾ ਦਿੱਤਾ ਹੋਇਆ ਹੈ, ਉਹ ਜ਼ਿਮੀਂਦਾਰਾਂ ਨੂੰ ਫਾਲੋ ਕਰਨਾ ਚਾਹੀਦਾ ਹੈ। ਉਸ ਪ੍ਰੋਗਰਾਮ ਦੇ ਨਾਲ, ਉਸ ਪੈਦਾਵਾਰੀ ਪ੍ਰੋਗਰਾਮ ਦੇ ਨਾਲ ਪਿਛਲੇ ਸਾਲ ਅਯੂਬ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਵਿੱਚ ਬਰਾਬਰ ਦੀ ਕਣਕ ਬੀਜੀ ਗਈ ਦੂਜੀ ਕਣਕਾਂ ਦੇ ਨਾਲ। 33% ਇਨਕਰੀਜ਼, 33% ਵਾਧਾ ਉਹ 'ਚ ਵੇਖਣ ਜਾਇਆ ਔਰ ਕੀਤਾ ਕੀ ਸੀ, ਖਾਦ ਨੂੰ ਤੋੜ ਕੇ ਦਿੱਤਾ ਗਿਆ। ਇਹ ਮਾਫੀਆ ਦਾ ਨੁਮਾਇੰਦੇ ਦਾ ਇੱਕ ਸਵਾਲ ਹੈ ਛੋਟਾ ਜਿਹਾ ਕਿ ਕਿਆ ਗੰਦਮ ਬੀਜਣੀ ਚਾਹੀਦੀ ਹੈ ਕਿ ਨਹੀਂ ਬੀਜਣੀ ਚਾਹੀਦੀ, ਤੇ ਜੇ ਬੀਜਣੀ ਹੈ ਤੇ ਫਿਰ ਖਰਚੇ ਕਿੰਜ ਪੂਰੇ ਕਰਨੇ ਨੇ, ਇਹ ਤਾਂ ਜ਼ਰਾ ਦੱਸੋ। ਅੱਜ ਪਿਛਲੇ 6 ਮਹੀਨਿਆਂ ਤੋਂ ਪੂਰੇ ਮੁਲਕ 'ਚ ਇੱਕ ਬੜੀ ਸ਼ਦੀਦ ਬਹਿਸ ਜਾਰੀ ਹੈਗੀ ਹੈ ਕਿ ਕਣਕ ਬੀਜਣੀ ਚਾਹੀਦੀ ਹੈ ਕਿ ਨਹੀਂ ਬੀਜਣੀ ਚਾਹੀਦੀ। ਅਕਸਰ ਤਾਂ ਕਹਿੰਦੇ ਨੇ ਬੀਜਣੀ ਚਾਹੀਦੀ ਨਹੀਂ ਹੈਗੀ, ਤੇ ਜਿਹੜੇ ਬੀਜਣ ਦੇ ਹੱਕ 'ਚ ਵੀ ਲੋਕ ਕਹਿੰਦੇ ਇੰਨੀ ਕੁ ਬੀਜ ਲਓ ਕਿ ਘਰ ਕੰਮ ਆ ਜਾਵੇ। ਯਾਨੀ ਕਿ ਕੋਈ ਬੰਦਾ ਵੀ ਗੌਰਮੈਂਟ ਨੂੰ ਵੇਚਣ ਨੂੰ ਜਾਂ ਮੰਡੀ 'ਚ ਵੇਚਣ ਵਾਸਤੇ ਤਿਆਰ ਨਹੀਂ, ਲੇਕਿਨ ਉਹ ਸਾਰੇ ਸਿਆਣੇ ਜਿਹੜੇ ਕਿ ਇਹ ਕਹਿੰਦੇ ਨੇ ਕਿ ਕਣਕ ਨਾ ਬੀਜੋ, ਉਹ ਇਹ ਨਹੀਂ ਦੱਸਦੇ ਕਿ ਉਹਦੇ ਥਾਂ ਕੀ ਬੀਜੀ ਹੈ। ਗੰਦਮ ਦੀ ਜਗ੍ਹਾ ਤੇ ਗੰਦਮ ਹੀ ਲੱਗ ਸਕਦੀ ਹੈ, ਕਣਕ ਦੇ ਥਾਂ ਤੇ ਕਣਕ ਹੀ ਬੀਜੀ ਜਾ ਸਕਦੀ ਹੈ। ਯਾਦ ਰੱਖਿਓ ਜੀ ਕਿ 2 ਕਰੋੜ ਏਕੜ ਦੇ ਉੱਤੇ ਗੰਦਮ ਬੀਜੀ ਜਾਣ ਦੀ ਕੈਪੈਸਿਟੀ ਪਾਕਿਸਤਾਨ 'ਚ ਮੌਜੂਦ ਹੈ। ਬੀਜੀ ਜਾ ਸਕਦੀ ਹੈ, ਬੀਜੀ ਗਈ ਹੈ। ਆਮ ਤੌਰ ਤੇ ਆਮ ਸਾਲਾਂ ਦੇ ਵਿੱਚ 1 ਕਰੋੜ 15 ਲੱਖ ਏਕੜ ਦੇ ਉੱਤੇ ਬੀਜੀ ਜਾਂਦੀ ਹੈ। ਗੰਦਮ ਦੀ ਕੈਪੈਸਿਟੀ ਜਿੰਨੀ ਵੀ ਹੋ ਜਾਵੇ, ਸਾਡੇ ਮੁਲਕ ਵਿੱਚ ਖਾਣ ਵਾਲੇ, ਸਾਡੇ ਗੁਆਂਢ 'ਚ ਖਾਣ ਵਾਲੇ ਲੋਕ ਮੌਜੂਦ ਹੈਗੇ ਨੇ, ਇਹ ਵਿਕ ਜਾਂਦੀ ਹੈ, ਵੇਚੀ ਜਾਂਦੀ ਹੈ। ਹਕੂਮਤਾਂ ਵਿੱਚ ਮੁਤਾਸਰ ਨਾ ਕਰਨ, ਚੰਦ ਇੱਕ ਸਿਆਸੀ ਮਾਮਲੇ ਨਾਲ ਵਿੱਚ ਆਉਣ ਤੇ ਕਣਕ ਦੀ ਫਸਲ ਨੂੰ ਕਿਤੇ ਵੀ ਕੋਈ ਐਬ ਨਹੀਂ ਆਉਂਦਾ। ਤੇ ਹੁਣ ਗੱਲ ਇਹ ਹੈਗੀ ਹੈ ਕਿ ਗੰਦਮ ਨੂੰ ਕਿੰਨੀ ਜਗ੍ਹਾ ਤੇ ਬੀਜਣਾ ਚਾਹੀਦਾ, ਕਿੰਨੀ ਪੈਦਾਵਾਰ ਲੈਣੀ ਚਾਹੀਦੀ ਹੈ। ਤੇ ਸਭ ਤੋਂ ਅਹਿਮ ਗੱਲ, ਕਣਕ ਜ਼ਰੂਰ ਬੀਜੋ, ਬਿਲਕੁਲ ਬੀਜੋ, ਲੇਕਿਨ ਓਨੀ ਬੀਜੋ ਜਿੰਨੀ ਪਚਾ ਸਕੋ, ਜਿੰਨੀ ਸੰਭਾਲ ਸਕੋ। ਖਾਮਖਾਹ ਦਾ ਬਹੁਤਾ ਪੰਗਾ ਲੈਣ ਦੀ ਲੋੜ ਨਹੀਂ, ਲੇਕਿਨ ਜਿਹੜੇ ਰਕਬੇ ਤੇ ਬੀਜੋ ਤੇ ਇੰਨੀ ਪੈਦਾਵਾਰ ਲੈ ਲਵੋ ਕਿ ਤੁਹਾਡੀ ਪੈਦਾਵਾਰ ਹਰ ਸੂਰਤ ਮੁਨਾਫੇ ਤਬਦੀਲ ਹੋ ਜਾਵੇ। ਇਸ ਸਾਲ ਦੇ ਹਿਸਾਬ ਨਾਲ ਤਕਰੀਬਨ 40 ਮਣ ਕਣਕ ਜਿਹੜੀ ਹੈਗੀ ਉਹ ਬ੍ਰੇਕ ਈਵਨ ਹੈਗਾ ਜੇ। 40 ਮਣ ਤੋਂ ਥੱਲੇ ਕਣਕ ਅਗਰ ਤੁਸੀਂ ਲਈ ਘਾਟੇ 'ਚ ਹੋਵੋਗੇ, 40 ਮਣ ਤੇ ਬਰਾਬਰ ਹੋਵੋਗੇ, 40 ਮਣ ਤੋਂ ਉੱਤੇ ਜਿੰਨੀ ਪੈਦਾਵਾਰ ਲਓਗੇ ਮੁਨਾਫੇ 'ਚ ਹੋਵੋਗੇ। ਤੇ 40 ਮਣ ਪੈਦਾਵਾਰ ਦਾ ਟਾਰਗੇਟ ਕਮ ਅਜ਼ ਕਮ, ਤੇ ਜੇ 60 ਲੈ ਜਾਓ, ਜੇ 70 ਲੈ ਜਾਓ ਤੇ ਕਮਾਲ ਹੈ, ਮੁਨਾਫਾ ਉਹੀ ਹੈਗਾ ਜੇ। ਤੇ ਉਸ ਮੁਨਾਫੇ ਵਾਸਤੇ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਤੇ ਉਹਦੀ ਪੈਦਾਵਾਰ ਤੱਕ ਔਰ ਮੰਡੀ ਤੱਕ ਔਰ ਵੈਲਿਊ ਐਡੀਸ਼ਨ ਤੱਕ ਕਿਸੇ ਵੀ ਅੱਛੇ ਸਮਝਦਾਰ ਜ਼ਰੀ ਸਿਆਣੇ ਦਾ ਮਸ਼ਵਰਾ ਜ਼ਰੂਰ ਲਵੋ। ਇਸ ਜ਼ਮੀਨ 'ਚ ਗ੍ਰੀਨ ਸਰਕਲ ਜਿਹੜਾ ਹੈਗਾ ਉਸ ਨੇ ਆਪਣਾ ਬੜਾ ਬਿਹਤਰੀਨ ਪ੍ਰੋਗਰਾਮ ਕਣਕ ਦੀ ਕਾਸ਼ਤ ਦਾ ਦਿੱਤਾ ਹੋਇਆ ਹੈ, ਉਹ ਜ਼ਿਮੀਂਦਾਰਾਂ ਨੂੰ ਫਾਲੋ ਕਰਨਾ ਚਾਹੀਦਾ ਹੈ। ਉਸ ਪ੍ਰੋਗਰਾਮ ਦੇ ਨਾਲ, ਉਸ ਪੈਦਾਵਾਰੀ ਪ੍ਰੋਗਰਾਮ ਦੇ ਨਾਲ ਪਿਛਲੇ ਸਾਲ ਅਯੂਬ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਵਿੱਚ ਬਰਾਬਰ ਦੀ ਕਣਕ ਬੀਜੀ ਗਈ ਦੂਜੀ ਕਣਕਾਂ ਦੇ ਨਾਲ। 33% ਇਨਕਰੀਜ਼, 33% ਵਾਧਾ ਉਹ 'ਚ ਵੇਖਣ ਜਾਇਆ ਔਰ ਕੀਤਾ ਕੀ ਸੀ, ਖਾਦ ਨੂੰ ਤੋੜ ਕੇ ਦਿੱਤਾ ਗਿਆ। ਖਾਦ ਨੂੰ ਹਰ ਪਾਣੀ ਦੇ ਉੱਤੇ ਥੋੜੀ ਥੋੜੀ ਕਰਕੇ ਦਿੱਤੀ ਗਈ, ਕਦੇ ਫਾਸਫੋਰਸ ਬਹੁਤੀ, ਕਦੇ ਪੋਟਾਸ਼ ਬਹੁਤੀ, ਕਦੇ ਨਾਈਟ੍ਰੋਜਨ ਬਹੁਤੀ। ਹਾਰਮੋਨਸ ਦਿੱਤੇ ਗਏ। ਹਾਰਮੋਨਸ ਜਿਹੜੇ ਨੇ ਹੈਮਰੋਨ ਦੀ ਸੂਰਤ ਦੇ ਵਿੱਚ, PGR ਦੀ ਸੂਰਤ ਦੇ ਵਿੱਚ ਮੌਜੂਦ ਹੈਗੇ ਨੇ। ਇਸੇ ਤਰੀਕੇ ਨਾਲ ਖੁਰਾਕ ਦੇ ਨਾਲ ਨਾਲ ਸਭ ਤੋਂ ਅਹਿਮ ਚੀਜ਼ ਜਿਹੜੀ ਹੈ ਉਹਦੇ ਨਾਲ ਟ੍ਰੇਸ ਐਲੀਮੈਂਟ ਦੇਣਾ। ਅਸੀਂ ਜਦੋਂ ਉਹਨੂੰ ਯੂਰੀਆ ਦਿੱਤੀ, ਜਦੋਂ DAP ਦਿੱਤੀ, ਜਦੋਂ ਉਹਨੂੰ ਪੋਟਾਸ਼ ਦਿੱਤੀ, ਤੇ ਉਹਦੇ ਨਾਲ ਉਸ ਨੂੰ ਜ਼ਿੰਕ ਵੀ ਦਿੱਤਾ, ਕਾਪਰ ਵੀ ਦਿੱਤਾ, ਬੋਰਾਨ ਵੀ ਦਿੱਤਾ, ਮੈਗਨੀਜ਼ ਵੀ ਦਿੱਤਾ। ਇਹ ਸਾਰੀਆਂ ਸ਼ਾਵਾਂ ਜਿਹੜੀਆਂ ਨੇ ਚਿਲੇਟਡ ਹਾਲਤ ਦੇ ਵਿੱਚ, ਯਾਨੀ ਕਿ ਫੌਰੀ ਦਸਤਿਆਬੀ ਦੀ ਹਾਲਤ ਦੇ ਵਿੱਚ ਦੇਣ ਵਾਸਤੇ ਹਕੂਮਤ ਪੰਜਾਬ ਦਾ ਰਜਿਸਟਰਡ ਔਰ ਮਨਜ਼ੂਰਸ਼ੁਦਾ #ਸੁਲਤਾਨ ਇਹ ਸਭ ਤੋਂ ਅੱਛੀ ਪ੍ਰੋਡਕਟ ਹੈਗੀ, ਜਿਹੜਾ 5 ਕਿਲੋ ਦਾ ਪੈਕੇਟ ਹੈ ਔਰ 1 ਏਕੜ ਦੇ ਵਿੱਚ ਭਰਪੂਰ ਕਿਸਮ ਦੀ ਪੈਦਾਵਾਰ ਦੇਣ ਵਾਸਤੇ ਬੜਾ ਜ਼ਬਰਦਸਤ। ਇਹਦੇ ਦਾ ਸਭ ਤੋਂ ਵੱਡਾ ਫਾਇਦਾ ਕੀ ਹੁੰਦਾ ਹੈ, ਜੜ੍ਹਾਂ ਬਹੁਤੀਆਂ ਨਿਕਲਦੀਆਂ ਨੇ, ਬੂਟੇ ਦੇ ਵਿੱਚੋਂ ਬੂਟੇ ਬਹੁਤੇ ਨਿਕਲਦੇ ਨੇ, ਜਿਹਨੂੰ ਕਹਿੰਦੇ ਨੇ ਟਿਲਰਿੰਗ ਕਰਨਾ। ਜ਼ਿਆਦਾ ਟਿਲਰ ਬਰਾਮਦ ਹੁੰਦੇ ਨੇ। ਫਿਰ ਹਰ ਟਿਲਰ ਜਿਹੜਾ ਹੈਗਾ ਉਹ ਤੇ ਜਾ ਕੇ ਮੁਕੰਮਲ ਖੋਸ਼ਾ, ਯਾਨੀ ਕਿ ਮੁਕੰਮਲ ਸਿੱਟਾ ਬਣਾਉਂਦਾ। ਸਿੱਟੇ 'ਚ ਦਾਣੇ ਪੂਰੇ ਬਣ ਕੇ ਬਣਦੇ ਨੇ, ਕਿਉਂਕਿ ਇਹ 'ਚ ਬੋਰਾਨ ਮੌਜੂਦ ਹੈਗਾ, ਬੋਰਿਕ ਐਸਿਡ ਮੌਜੂਦ ਹੈਗਾ, ਇਹਦੇ 'ਚ ਜ਼ਿੰਕ ਮੌਜੂਦ ਹੈਗਾ, ਪੱਤੇ ਦੇ ਰੰਗ ਗਹਿਰਾ ਸਬਜ਼ ਰੱਖਦਾ। ਇਹ ਸਾਰੀਆਂ ਸ਼ਾਵਾਂ ਮਿਲ ਕੇ ਹਰ ਏਕੜ ਦੇ ਵਿੱਚ ਪੈਦਾਵਾਰ ਨੂੰ ਤਕਰੀਬਨ 30% ਤੱਕ ਇਨਕਰੀਜ਼ ਕਰ ਦਿੰਦੀਆਂ ਨੇ।
ਤੇ ਉਹ तमाम ਕਾਸ਼ਤਕਾਰ ਜਿਹੜੇ ਇਸ ਕੈਮਰੇ ਦੇ ਤਵਸਤ ਨਾਲ ਗੱਲ ਸੁਣ ਰਹੇ ਨੇ ਉਹਨਾਂ ਨੂੰ ਮੈਂ ਖਾਸ ਤੌਰ ਤੇ ਕਹਾਂਗਾ ਕਿ ਇਸ ਸਕਰੀਨ ਦੇ ਥੱਲੇ ਮਹਿਕਮਾ ਜ਼ਰਾਤ ਦੇ ਹੈਲਪਲਾਈਨ ਦਾ ਇੱਕ ਨੰਬਰ ਆ ਰਿਹਾ ਗ੍ਰੀਨ ਸਰਕਲ ਦਾ। ਗ੍ਰੀਨ ਸਰਕਲ ਦੇ ਜ਼ਰੀਏ ਮਾਹਿਰੀਨ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਇਸ ਜ਼ਰੀ ਪ੍ਰੋਗਰਾਮ ਨੂੰ, ਗੰਦਮ ਦੀ ਕਾਸ਼ਤ ਦੇ ਪ੍ਰੋਗਰਾਮ ਨੂੰ, ਜਿਹੜਾ ਕਿ ਇੱਕ ਸਫੇ ਤੇ ਮੌਜੂਦ ਹੈਗਾ, ਸਾਰੇ ਕੀੜੇ ਬਿਮਾਰੀਆਂ ਖਾਦਾਂ ਦਾ ਹੱਲ ਉੱਤੇ ਮੌਜੂਦ ਹੈਗਾ, ਉਹ ਮੰਗਵਾਉਣ ਵਾਸਤੇ ਜਿਹੜੇ WhatsApp ਦੇ ਨੰਬਰ ਨੇ ਉੱਤੇ ਤੁਸੀਂ ਆਪਣਾ WhatsApp ਕਰ ਸਕਦੇ ਹੋ। ਕਾਲ ਦੇ ਨੰਬਰ ਮੌਜੂਦ ਨੇ, ਕਾਲ ਕਰ ਸਕਦੇ ਹੋ। ਮਸ਼ਵਰਾ ਲੈਣਾ ਔਰ ਇਹ ਮਸ਼ਵਰਾ ਮੁਕੰਮਲ ਫ੍ਰੀ ਹੈਗਾ। ਹੁਣੇ ਫੋਨ ਚੁੱਕੋ, ਹੁਣੇ ਕਾਲ ਕਰੋ। ਜ਼ਰੀ ਮਾਹਿਰੀਨ ਜਿਹੜੇ ਹੈਗੇ ਨੇ ਸਵੇਰ 9 ਵਜੇ ਤੋਂ ਲੈ ਕੇ ਮਗਰਬ ਤੱਕ ਤੁਹਾਡੇ ਮਸ਼ਵਰੇ ਵਾਸਤੇ ਮੌਜੂਦ ਹੈਗੇ ਨੇ ਜੀ। ਮਹਿਕਮਾ ਜ਼ਰਾਤ ਔਰ ਜ਼ਰੀ ਮਸ਼ਵਰੇ ਲੈਣ ਵਾਸਤੇ ਗਵਰਨਮੈਂਟ ਆਫ ਪਾਕ ਪੰਜਾਬ ਦੀ ਹੈਲਪਲਾਈਨ ਵੀ ਮੌਜੂਦ ਹੈਗੀ ਹੈ ਔਰ ਗ੍ਰੀਨ ਸਰਕਲ ਦੀ ਹੈਲਪਲਾਈਨ ਜਿਹੜੀ ਹੈ ਸਵੇਰ 9 ਵਜੇ ਤੋਂ ਲੈ ਕੇ ਮਗਰਬ ਤੱਕ ਜਦੋਂ ਚਾਹੇ ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਔਰ ਇਹਦੀ ਮੁਕੰਮਲ ਰੈਸਿਪੀ ਜਿਹੜੀ ਹੈਗੀ ਹੈ ਇਹਦੇ ਥੱਲੇ ਲਿੰਕੇਜ ਵੀ ਮੌਜੂਦ ਹੈਗੀ ਹੈ ਔਰ ਵੈਬਸਾਈਟ ਤੇ ਵੀ ਦਸਤਿਆਬ ਹੈਗੀ ਹੈ। ਇਹਨਾਂ ਸਾਰੀ ਚੀਜ਼ਾਂ ਨੂੰ ਅਕਸਰ ਕਿਸਾਨਾਂ ਨੂੰ ਮਿਲਦੀਆਂ ਨਹੀਂ ਤੇ ਇਹਨਾਂ ਨੂੰ ਲੈਣ ਦਾ ਤਰੀਕਾਕਾਰ ਕੀ ਹੈ, ਕਿੱਥੋਂ ਲਿਆ ਜਾ ਸਕਦਾ? ਇਹਦੇ ਵਾਸਤੇ ਜੀ ਗ੍ਰੀਨ ਸਰਕਲ ਦੇ ਫੈਸਲਾਬਾਦ ਔਰ ਲਾਹੌਰ 'ਚ ਦਫ਼ਤਰ ਤੇ ਮੌਜੂਦ ਹੈ ਹੀ ਹੈ ਨੇ, ਲੇਕਿਨ ਇਹਦੀ ਵੈਬਸਾਈਟ ਵੀ ਮੌਜੂਦ ਹੈਗੀ ਹੈ ਜਿਹੜੀ ਕਿ ਥੱਲੇ ਲਿੰਕ 'ਚ ਆ ਰਹੀ ਹੈ www.greencirclepk.com। ਇਹਦੇ ਉੱਤੇ ਤੁਸੀਂ ਜਦੋਂ ਚਾਹੇ ਜਿਹੜੀ ਖਾਦ ਚਾਹੇ ਉਹਨੂੰ ਲੈਣ ਵਾਸਤੇ ਕਲਿੱਕ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ। ਆਰਡਰ ਤੁਹਾਡੇ ਘਰ ਪਹੁੰਚ ਜਾਏਗਾ ਔਰ ਘਰ ਪਹੁੰਚ ਕੇ ਜਿਹਨੂੰ ਕੈਸ਼ ਔਨ ਡਿਲੀਵਰੀ ਕਹਿੰਦੇ ਨੇ, ਜਦੋਂ ਤੁਹਾਨੂੰ ਖਾਦ ਆਪਣੀ ਦਿਸ ਪਵੇ, ਨਜ਼ਰ ਆ ਜਾਵੇ, ਉਸ ਵਕਤ ਤੁਹਾਨੂੰ ਉਹਦੀ ਪੇਮੈਂਟ ਕਰਨੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਾਡੀਆਂ ਗ੍ਰੀਨ ਸਰਕਲ ਦੀਆਂ ਸਾਰੀਆਂ ਖਾਦਾਂ ਜਿਹੜੀਆਂ ਨੇ ਟੈਸਟਡ ਨੇ, ਚੈੱਕਡ ਨੇ ਔਰ ਜਿਹੜਾ ਤੁਹਾਨੂੰ ਡਰ ਹੁੰਦਾ ਨਾ ਕਿ ਕਿਸੇ ਨੇ ਲੋਕਲ ਖਾਦ ਬਣਾ ਕੇ ਤਾਂ ਨਹੀਂ ਦੇ ਦਿੱਤੀ, ਉਹ ਸਾਰੇ ਖਤਰੇ ਤੋਂ ਪਾਕ ਹੈਗੀਆਂ ਨੇ। ਇਸ ਤੋਂ ਬਿਹਤਰ ਖਾਦਾਂ ਜਿਹੜੀਆਂ ਨੇ ਪੂਰੇ ਪਾਕਿਸਤਾਨ ਦਸਤਿਆਬ ਨਹੀਂ ਹੈਗੀਆਂ। ਬਹੁਤ ਸ਼ੁਕਰੀਆ।